हाँ जी, सत श्री अकाल जी साਰਿਆਂ ਨੂੰ। ਸੋ ਪੰਜਾਬ ਮੀਡੀਆ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਗੱਲ ਕਰਾਂਗੇ ਇੰਟਰਨੈਟ ਬਾਰੇ। ਜੋ ਇੰਟਰਨੈਟ ਅਸੀਂ ਵਰਤਦੇ ਹਾਂ ਇਹ ਸਿਰਫ 5% ਹੈ। ਸੋ ਇਸ ਦੀ ਇੱਕ ਆਪੋਜ਼ਿਟ ਸਾਈਡ ਵੀ ਹੈ ਜਿਸ ਨੂੰ ਆਪਾਂ 95% ਮੰਨ ਸਕਦੇ ਹਾਂ ਤੇ ਉਸ ਤੇ ਅਸੀਂ ਆਮ ਸਰਚ ਇੰਜਨ ਰਾਹੀਂ ਨਹੀਂ ਜਾ ਸਕਦੇ। ਇਸ ਨੂੰ ਹੀ ਡਾਰਕ ਵੈਬ ਕਿਹਾ ਜਾਂਦਾ ਹੈ ਤੇ ਡਾਰਕ ਵੈਬ ਕਿਸ ਨੇ ਬਣਾਇਆ, ਕਿਉਂ ਬਣਾਇਆ ਤੇ ਇਸ ਤੇ ਕੀ ਹੁੰਦਾ ਹੈ, ਇਹ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਸੋ ਇਹ ਵੀਡੀਓ ਬਿਲਕੁਲ ਵੀ ਸਕਿਪ ਨਾ ਕਰੋ। ਇਸ ਵਿੱਚ ਅਸੀਂ ਤੁਹਾਨੂੰ 1000 ਰੁਪਏ ਦੇ ਗੂਗਲ ਦੇ ਸ਼ੇਅਰ ਬਿਲਕੁਲ ਫ੍ਰੀ ਗਿਫਟ ਕਰਨ ਵਾਲੇ ਹਾਂ। ਸੋ ਗੂਗਲ, YouTube, ਯਾਹੂ ਜਾਂ ਹੋਰ ਜਿੰਨਾ ਵੀ ਇੰਟਰਨੈਟ ਅਸੀਂ ਵਰਤ ਰਹੇ ਹਾਂ ਇਸ ਨੂੰ ਸਰਫੇਸ ਵੈਬ ਕਿਹਾ ਜਾਂਦਾ ਹੈ ਜਿਸ ਨੂੰ ਅਸੀਂ ਈਜ਼ੀ ਐਕਸੈਸ ਕਰ ਸਕਦੇ ਹਾਂ। ਇਸ ਤੋਂ ਬਾਅਦ ਆਉਂਦਾ ਹੈ ਡੀਪ ਵੈਬ ਜਿਸ ਨੂੰ ਅਸੀਂ ਨਾਰਮਲੀ ਐਕਸੈਸ ਨਹੀਂ ਕਰ ਸਕਦੇ। ਡੀਪ ਵੈਬ ਤੇ ਸਾਡੀ ਆਇਡੈਂਟੀ ਗੁਪਤ ਰਹਿੰਦੀ ਹੈ ਕਿ ਅਸੀਂ ਉੱਥੇ ਕੀ ਕਰ ਰਹੇ ਹਾਂ, ਪਰ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਆਮ ਬੰਦਾ ਇੱਥੇ ਜਾਂਦਾ ਹੈ ਤਾਂ ਉਹਦੀ ਪ੍ਰਾਈਵੇਸੀ ਹੈਕਰ 2 ਮਿੰਟਾਂ ਵਿੱਚ ਐਕਸੈਸ ਕਰ ਲੈਂਦੇ ਨੇ। ਤੁਹਾਡਾ ਸਾਰਾ ਡਾਟਾ ਹੈਕਰ ਕੋਲ ਹੁੰਦਾ ਹੈ। ਮਤਲਬ ਕਰਨ ਤਾਂ ਤੁਸੀਂ ਕੋਈ ਪ੍ਰਾਈਵੇਸੀ ਵਾਲਾ ਕੰਮ ਗਏ ਸੀ ਪਰ ਤੁਹਾਡੀ ਹੀ ਪ੍ਰਾਈਵੇਸੀ ਉੱਥੇ ਲੀਕ ਹੋ ਜਾਵੇਗੀ। ਸੋ ਇਸ ਕਰਕੇ ਇਸ ਨੂੰ ਵੱਡੇ ਲੋਕਾਂ ਦੀ ਗੇਮ ਮੰਨਿਆ ਜਾਂਦਾ ਹੈ ਜਾਂ ਫਿਰ ਜਿਹੜੇ ਬੰਦਿਆਂ ਨੂੰ ਇਸ ਬਾਰੇ ਪੂਰੀ ਨੌਲੇਜ ਹੈ ਉਹੀ ਇਸ ਨੂੰ ਵਰਤਦੇ ਨੇ। ਆਮ ਬੰਦਾ ਇਸ ਤੋਂ ਦੂਰ ਹੀ ਰਹੇ ਤਾਂ ਵਧੀਆ ਗੱਲ ਹੈ, ਪਰ ਫਿਰ ਵੀ ਆਮ ਬੰਦੇ ਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਹੋਣੀ ਜ਼ਰੂਰੀ ਹੈ। ਤੇ ਹੁਣ ਗੱਲ ਕਰਦੇ ਹਾਂ ਕਿ ਉਹ ਲੋਕ ਇਸ ਚੀਜ਼ ਤੇ ਜਾਣ ਲਈ ਕਿਹੜੇ ਬਰਾਊਜ਼ਰ ਵਰਤਦੇ ਨੇ। ਸੋ ਡੀਪ ਵੈਬ ਉੱਤੇ ਲੌਗਇਨ ਕਰਨ ਵਾਸਤੇ ਅਲੱਗ-ਅਲੱਗ ਬਰਾਊਜ਼ਰ ਹੁੰਦੇ ਨੇ ਜਿਸ ਦਾ ਨਾਮ ਹੈ ਅਨੀਅਨ ਬਰਾਊਜ਼ਰ ਜਾਂ ਟੌਰ ਬਰਾਊਜ਼ਰ, ਜਿਸ ਨੂੰ ਅਨੀਅਨ ਬਰਾਊਜ਼ਰ ਇਸ ਕਰਕੇ ਕਿਹਾ ਜਾਂਦਾ ਹੈ ਜਿਵੇਂ ਕਿ ਪਿਆਜ਼ ਦੀਆਂ ਅਲੱਗ-ਅਲੱਗ ਪਰਤਾਂ ਹੁੰਦੀਆਂ ਨੇ ਉਵੇਂ ਹੀ ਡੀਪ ਵੈਬ ਦੀਆਂ ਕਾਫੀ ਪਰਤਾਂ ਹੁੰਦੀਆਂ ਨੇ ਤੇ ਇੱਥੇ ਬਹੁਤ ਸਾਰੀਆਂ ਇਨਲੀਗਲ ਐਕਟੀਵਿਟੀਜ਼ ਹੁੰਦੀਆਂ ਰਹਿੰਦੀਆਂ ਨੇ ਜਿਵੇਂ ਕਿ ਡਰੱਗ ਤੇ ਹਥਿਆਰ ਵੇਚਣਾ ਜਾਂ ਕਿਸੇ ਹੈਕਰ ਨੂੰ ਹਾਇਰ ਕਰਨਾ ਜਾਂ ਹੋਰ ਕੋਈ ਵੀ ਦੁਨੀਆ ਦਾ ਗਲਤ ਕੰਮ। ਡੀਪ ਵੈਬ ਦਾ ਸਭ ਤੋਂ ਖਤਰਨਾਕ ਇਲਾਕਾ ਹੈ ਡਾਰਕ ਵੈਬ, ਜਿਵੇਂ ਕਿ ਸਭ ਤੋਂ ਪਹਿਲਾਂ ਨਾਰਮਲ ਯੂਜ਼ ਵਿੱਚ ਆਉਂਦਾ ਹੈ ਸਰਫੇਸ ਵੈਬ, ਫਿਰ ਵਾਰਜੀ ਵੈਬ, ਡੀਪ ਵੈਬ, ਚਾਰਟਰ ਵੈਬ, ਲੈਵਲ 6, ਲੈਵਲ 7 ਤੇ ਦਾ ਫੌਗ ਵਾਇਰਸੋ, ਦਾ ਪ੍ਰੀ ਮੈਚ ਸਿਸਟਮ ਤੇ ਮੈਰੀਆਨਾ ਵੈਬ। ਸੋ ਇਹ ਜਿੰਨੇ ਨਾਮ ਤੁਹਾਨੂੰ ਦੱਸੇ ਨੇ ਸਾਰੇ ਡਾਰਕ ਵੈਬ ਦੇ ਹੀ ਹਿੱਸੇ ਨੇ, ਜਿਨ੍ਹਾਂ ਵਿੱਚ ਸਭ ਤੋਂ ਖਤਰਨਾਕ ਮੈਰੀਆਨਾ ਵੈਬ ਹੈ ਕਿਉਂਕਿ ਇਸ ਬਾਰੇ ਜ਼ਿਆਦਾ ਕੁਝ ਨਹੀਂ ਪਤਾ। ਇਸ ਦਾ ਨਾਮ ਮੈਰੀਆਨਾ ਸਮੁੰਦਰ ਦੀ ਉਹ ਸਭ ਤੋਂ ਡੂੰਘੀ ਜਗ੍ਹਾ ਤੇ ਪਿਆ ਹੈ ਜਿਸ ਨੂੰ ਮੈਰੀਆਨਾ ਟਾਰਚ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਡਾਰਕ ਵੈਬ ਬਾਰੇ ਜਿਸ ਨੂੰ ਐਕਸੈਸ ਕਰਨਾ ਥੋੜਾ ਮੁਸ਼ਕਲ ਹੈ ਕਿਉਂਕਿ ਇਸ ਨੂੰ ਐਕਸੈਸ ਕਰਨ ਲਈ ਟੌਰ ਬਰਾਊਜ਼ਰ ਦੀ ਲੋੜ ਪੈਂਦੀ ਹੈ ਤੇ ਉਸ ਲਈ ਤੁਹਾਡਾ ਪੀਸੀ ਹੈਵੀ ਹੋਣਾ ਚਾਹੀਦਾ ਹੈ। ਟੌਰ ਬਰਾਊਜ਼ਰ ਅਨੀਅਨ ਵਾਂਗ ਤੁਹਾਡੀ ਆਈਪੀ ਨੂੰ ਪਰਤਾਂ ਦਿੰਦਾ ਜਾਂਦਾ ਹੈ ਜਾਂ ਕਹਿ ਲਓ ਕਿ ਮਾਸਕਿੰਗ ਕਰਦਾ ਜਾਂਦਾ ਹੈ। ਹਰ ਪੇਜ ਤੋਂ ਬਾਅਦ ਤੁਹਾਡੇ ਆਈਪੀ ਐਡਰੈਸ ਨੂੰ ਚੇਂਜ ਕਰਦਾ ਜਾਂਦਾ ਹੈ ਜਿਸ ਕਰਕੇ ਵੈਬਸਾਈਟ ਬਹੁਤ ਭਾਰੀ ਤੇ ਹੈਵੀ ਹੋ ਜਾਂਦੀ ਹੈ। ਇਸ ਨੂੰ ਆਮ ਕੰਪਿਊਟਰ ਲਈ ਚਲਾਉਣਾ ਬਹੁਤ ਮੁਸ਼ਕਲ ਹੈ। ਸੋ ਡਾਰਕ ਵੈਬ ਤੇ ਇੱਕ ਸਿਲਕ ਰੋਡ ਨਾਮ ਦੀ ਸਾਈਟ ਸੀ ਜਿੱਥੇ ਹਰ ਤਰ੍ਹਾਂ ਦੀ ਕ੍ਰਿਮੀਨਲ ਐਕਟੀਵਿਟੀ ਹੁੰਦੀ ਸੀ ਤੇ ਇਹ ਸਿਲਕ ਰੋਡ ਕੁਝ ਸਾਲਾਂ ਲਈ ਹੀ ਐਕਟੀਵੇਟ ਰਿਹਾ ਹੈ। ਉਹਨਾਂ ਸਾਲਾਂ ਵਿੱਚ ਸਿਲਕ ਰੋਡ ਦਾ ਟੋਟਲ ਰੈਵਨਿਊ ਜੇਕਰ ਤੁਹਾਨੂੰ ਦੱਸੀਏ ਉਹ ਸੀ $187 ਬਿਲੀਅਨ ਤੇ ਇਸ ਉੱਤੇ ਸਾਰੇ ਟ੍ਰਾਂਜੈਕਸ਼ਨ ਬਿਟਕੋਇਨ ਦੇ ਜ਼ਰੀਏ ਕੀਤੇ ਗਏ ਸੀ ਕਿਉਂਕਿ ਬਿਟਕੋਇਨ ਟਰੈਕੇਬਲ ਨਹੀਂ ਹੁੰਦਾ। ਪਰ ਇਸ ਨੂੰ ਬਾਅਦ ਵਿੱਚ ਬੰਦ ਕਰ ਦਿੱਤਾ ਗਿਆ ਤੇ ਬੇਸ਼ੱਕ ਸਿਲਕ ਰੋਡ ਬੰਦ ਹੋਇਆ ਪਰ ਇਸ ਵਰਗੇ ਰਾਤੋਂ ਰਾਤ ਡਾਰਕ ਵੈਬ ਤੇ ਹੋਰ ਖੁੱਲ ਗਏ। ਇਸ ਤਰ੍ਹਾਂ ਦੀ ਹੀ ਇੱਕ ਜਗ੍ਹਾ ਰੈੱਡ ਰੂਮ ਸਾਈਟ ਵੀ ਹੈ ਜਿੱਥੇ ਕੋਈ ਵੀ ਬੰਦਾ ਕ੍ਰਿਪਟੋ ਦੀ ਮਦਦ ਨਾਲ ਕਿਸੇ ਨੂੰ ਵੀ ਕਿਡਨੈਪ ਕਰਾ ਸਕਦਾ ਹੈ ਤੇ ਉਸ ਨਾਲ ਕੀ ਟੌਰਚਰ ਕੀਤਾ ਜਾਵੇ ਉਹ ਵੀ ਦੱਸ ਸਕਦਾ ਹੈ। ਪਰ ਇਸ ਲਈ ਤੁਹਾਨੂੰ ਇੱਕ ਵੱਡਾ ਅਮਾਉਂਟ ਦੇਣਾ ਪਵੇਗਾ ਤਾਂ ਹੀ ਤੁਸੀਂ ਡਾਰਕ ਵੈਬ ਦੇ ਜ਼ਰੀਏ ਇਹ ਸਭ ਕੁਝ ਕਰਾ ਸਕਦੇ ਹੋ। ਕਹਿਣ ਦਾ ਮਤਲਬ ਕਿ ਜੋ ਤੁਸੀਂ ਸੋਚ ਵੀ ਨਹੀਂ ਸਕਦੇ ਜਾਂ ਤੁਸੀਂ ਜਿੱਥੇ ਤੱਕ ਸੋਚ ਸਕਦੇ ਹੋ ਉਹ ਸਾਰਾ ਕੁਝ ਇੱਥੇ ਬਹੁਤ ਭਾਰੀ ਪੈਸਾ ਦੇ ਕੇ ਹੋ ਸਕਦਾ ਹੈ। ਮਤਲਬ ਇੱਥੇ ਹਰ ਤਰ੍ਹਾਂ ਦੀ ਸਰਵਿਸ ਮਿਲਦੀ ਹੈ, ਬੇਸ਼ੱਕ ਉਹ ਡਰੱਗ ਹੋਵੇ ਜਾਂ ਫਿਰ ਕਿਸੇ ਵੀ ਇਨਸਾਨ ਦੀ ਇਨਫੋਰਮੇਸ਼ਨ ਜਿਸ ਵਿੱਚ ਉਹ ਇਨਸਾਨ ਦੇ ਕ੍ਰੈਡਿਟ ਕਾਰਡ ਡਿਟੇਲ, ਸੋਸ਼ਲ ਮੀਡੀਆ ਲੌਗਇਨ, ਈਮੇਲ ਪਾਸਵਰਡ, ਬੈਂਕਿੰਗ ਡਿਟੇਲ, ਡਰਾਈਵਿੰਗ ਲਾਇਸੈਂਸ, ਇਨਸਾਨਾਂ ਦੇ ਆਰਗਨ ਤੇ ਖੁਦ ਇਨਸਾਨ ਵੀ ਖਰੀਦ ਸਕਦੇ ਹੋ। ਹੋਰ ਤਾਂ ਹੋਰ ਇਹ ਵੀ ਕਿਹਾ ਜਾਂਦਾ ਹੈ ਕਿ ਪੰਛੀਆਂ ਤੋਂ ਲੈ ਕੇ ਜਾਨਵਰਾਂ ਤੱਕ ਦੇ ਆਰਗਨ ਵੀ ਮਿਲਦੇ ਨੇ। ਮਤਲਬ ਤੁਸੀਂ ਚੂਹੀ ਦੇ ਦੁੱਧ ਤੋਂ ਲੈ ਕੇ ਸ਼ੇਰਨੀ ਦੇ ਦੁੱਧ ਤੱਕ ਕੁਝ ਵੀ ਖਰੀਦ ਸਕਦੇ ਹੋ। ਸੋ ਯੂਐਸ ਗਵਰਨਮੈਂਟ ਵੀ ਇਸ ਨੂੰ ਫੰਡ ਕਰਦੀ ਹੈ ਤੇ ਹੋਰ ਤਾਂ ਹੋਰ ਗੂਗਲ ਤੱਕ ਵੀ, ਕਿਉਂਕਿ ਡਾਰਕ ਵੈਬ ਟੌਰ ਬਰਾਊਜ਼ਰ ਰਾਹੀਂ ਚੱਲਦੀ ਹੈ ਤੇ ਟੌਰ ਬਰਾਊਜ਼ਰ ਦੇ ਕੋਲ ਕੋਈ ਵੀ ਇਨਕਮ ਸੋਰਸ ਨਹੀਂ ਹੈ ਕਿਉਂਕਿ ਉਹ ਐਡਸ ਰਨ ਨਹੀਂ ਕਰਦਾ ਤੇ ਐਡਸ ਉਹੀ ਸਰਚ ਇੰਜਨ ਰਨ ਕਰ ਸਕਦੇ ਨੇ ਜਿਨ੍ਹਾਂ ਕੋਲ ਤੁਹਾਡਾ ਡਾਟਾ ਹੈ ਤੇ ਟੌਰ ਬਰਾਊਜ਼ਰ ਕੋਲ ਕਿਸੇ ਦਾ ਡਾਟਾ ਹੀ ਨਹੀਂ ਹੈ ਤੇ ਟੌਰ ਬਰਾਊਜ਼ਰ ਨੂੰ ਇਹਨਾਂ ਚੀਜ਼ਾਂ ਦਾ ਕੋਈ ਲੈਣ ਦੇਣ ਨਹੀਂ ਹੈ ਕਿਉਂਕਿ ਉਹ ਤਾਂ ਪਹਿਲਾਂ ਹੀ ਪ੍ਰਾਈਵੇਸੀ ਲਈ ਬਣਿਆ ਹੈ। ਪੂਰੀ ਡਾਰਕ ਵੈਬ ਹੀ ਪ੍ਰਾਈਵੇਸੀ ਲਈ ਬਣੀ ਹੈ। ਸੋ ਇਹਨਾਂ ਨੂੰ ਫੰਡਿੰਗ ਕਿਉਂ ਕਰਦੇ ਨੇ ਇਸ ਦੀ ਪੱਕੀ ਇਨਫੋਰਮੇਸ਼ਨ ਕਿਸੇ ਕੋਲ ਵੀ ਨਹੀਂ ਹੈ। ਹੋ ਸਕਦਾ ਉਹ ਆਪਣੀ ਪ੍ਰਾਈਵੇਸੀ ਵਾਲੀਆਂ ਗੱਲਾਂ ਇੱਥੇ ਸ਼ੇਅਰ ਕਰਨ ਲਈ ਇਸ ਨੂੰ ਫੰਡਿੰਗ ਕਰਦੇ ਹੋਣ ਜਾਂ ਫਿਰ ਕਮਾਲ ਦੀ ਇੰਟੈਲੀਜੈਂਸ ਇੱਥੋਂ ਸਿੱਖਣ ਲਈ ਇਸ ਨੂੰ ਫੰਡਿੰਗ ਕਰਦੇ ਹੋਣ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ। ਸੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਗੂਗਲ ਵਰਗੀਆਂ ਕੰਪਨੀਆਂ ਇਹਨਾਂ ਵਿੱਚ ਇਨਵੈਸਟ ਕਿਉਂ ਕਰ ਰਹੀਆਂ ਨੇ। ਇਹ ਕੰਪਨੀਆਂ ਫਿਊਚਰ ਵਿੱਚ ਗਰੋਥ ਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਨੇ, ਇਸ ਕਰਕੇ ਹੀ ਅਜਿਹੀਆਂ ਥਾਵਾਂ ਤੇ ਇਨਵੈਸਟ ਕਰਦੀਆਂ ਨੇ
ਤਾਂ ਜੋ ਇਹ ਆਪਣੇ ਆਪ ਨੂੰ ਬੈਸਟ ਬਣਾ ਸਕਣ, ਖਤਰਿਆਂ ਤੋਂ ਤੇ ਪ੍ਰੋਬਲਮਾਂ ਤੋਂ ਬਚਾ ਸਕਣ। ਸੋ ਇਸ ਕਰਕੇ ਸਾਨੂੰ ਇਹਨਾਂ ਦੀ ਗਰੋਥ ਦਾ ਜ਼ਰੂਰ ਫਾਇਦਾ ਲੈਣਾ ਚਾਹੀਦਾ ਹੈ। ਸੋ ਗੂਗਲ ਇੱਕ ਅਜਿਹੀ ਕੰਪਨੀ ਹੈ ਜਿਸ ਦੇ ਪ੍ਰੋਡਕਟ ਨੂੰ ਵਰਤੇ ਬਿਨਾਂ ਦੁਨੀਆ ਵਿੱਚ ਕੋਈ ਨਹੀਂ ਰਹਿ ਸਕਦਾ। ਸਾਨੂੰ ਇਸ ਦੀ ਗਰੋਥ ਦਾ ਜ਼ਰੂਰ ਫਾਇਦਾ ਲੈਣਾ ਚਾਹੀਦਾ ਹੈ। ਪਰ ਯੂਐਸ ਸਟਾਕ ਹੀ ਕਿਉਂ? ਕਿਉਂਕਿ ਇਹਦੇ ਦੋ ਮੇਜਰ ਰੀਜ਼ਨ ਨੇ। ਨੰਬਰ 1 ਫ੍ਰੈਕਸ਼ਨਲ ਸ਼ੇਅਰ। ਇੰਡੀਆ ਵਿੱਚ ਸਾਨੂੰ ਪੂਰਾ ਸ਼ੇਅਰ ਬਾਏ ਕਰਨਾ ਪੈਂਦਾ ਹੈ, ਪਰ ਯੂਐਸ ਮਾਰਕੀਟ ਵਿੱਚ ਅਸੀਂ ਇੱਕ ਸ਼ੇਅਰ ਦਾ 10ਵਾਂ ਹਿੱਸਾ ਵੀ ਖਰੀਦ ਸਕਦੇ ਹਾਂ। ਤੇ ਨੰਬਰ 2 ਡਾਲਰ ਦੇ ਮੁਕਾਬਲੇ ਰੁਪਈਆ ਹਰ ਸਾਲ ਟੁੱਟਦਾ ਰਹਿੰਦਾ ਹੈ। 2011 ਵਿੱਚ $1 40 ਰੁਪਏ ਦਾ ਸੀ, ਪਰ ਅੱਜ 80 ਰੁਪਏ ਦਾ ਹੈ। ਸੋ ਅੱਜ ਤੋਂ ਕੁਝ ਸਮਾਂ ਪਹਿਲਾਂ ਯੂਐਸ ਮਾਰਕੀਟ ਵਿੱਚ ਇਨਵੈਸਟ ਕਰਨ ਦੇ ਬਹੁਤ ਸਾਰੇ ਚਾਰजेस ਸੀ। ਜੇਕਰ ਤੁਸੀਂ IND ਮਨੀ ਨੂੰ ਯੂਜ਼ ਕਰਦੇ ਹੋ ਤਾਂ ਤੁਸੀਂ ਕੋਈ ਕਾਊਂਟਿੰਗ ਫੀਸ ਨਹੀਂ ਦੇਣੀ, ਜ਼ੀਰੋ ਬ੍ਰੋਕਰੇਜ ਚਾਰजेस, ਜ਼ੀਰੋ ਕਮਿਸ਼ਨ, ਤਾਂ ਕਿ ਤੁਸੀਂ ਇੱਕ ਸਮਾਲ ਅਮਾਉਂਟ ਦੇ ਨਾਲ ਵੀ ਆਪਣੀ ਫੇਵਰਿਟ ਕੰਪਨੀ ਵਿੱਚ ਇਨਵੈਸਟ ਕਰ ਸਕੋ। ਸੋ ਅੱਜ ਅਸੀਂ IND ਮਨੀ ਦੇ ਨਾਲ ਮਿਲ ਕੇ 1000 ਰੁਪਏ ਦੇ ਗੂਗਲ ਦੇ ਸ਼ੇਅਰ ਬਿਲਕੁਲ ਫ੍ਰੀ ਗਿਫਟ ਕਰਨ ਵਾਲੇ ਆ। ਸੋ ਤੁਸੀਂ ਡਿਸਕ੍ਰਿਪਸ਼ਨ ਦਿੱਤੇ ਗਏ ਲਿੰਕ ਰਾਹੀਂ ਇਹ ਐਪ ਨੂੰ ਡਾਊਨਲੋਡ ਕਰਕੇ ਸਾਈਨ ਅਪ ਕਰਨਾ ਤੇ ਫਸਟ ਟਾਈਮ ਫੰਡ ਐਡ ਕਰਨ ਤੇ ਤੁਹਾਨੂੰ 1000 ਰੁਪਏ ਦੇ ਗੂਗਲ ਦੇ ਸ਼ੇਅਰ ਤੁਹਾਡੇ ਅਕਾਊਂਟ ਵਿੱਚ ਮਿਲ ਜਾਣਗੇ। ਸੋ IND ਮਨੀ ਰਾਹੀਂ ਤੁਸੀਂ SIP ਮੋਡ ਰਾਹੀਂ ਵੀ ਇਨਵੈਸਟਿੰਗ ਕਰ ਸਕਦੇ ਹੋ, ਮਤਲਬ ਹਰ ਮਹੀਨੇ 500 ਰੁਪਇਆ। ਤੇ ਹੁਣ ਅੱਗੇ ਗੱਲ ਕਰਦੇ ਆਪਾਂ ਡਾਰਕ ਵੈਬ ਦੀਆਂ ਕੁਝ ਸਟੋਰੀਆਂ ਬਾਰੇ ਜੋ ਸਾਨੂੰ ਰੈਡਿਟ ਜਾਂ ਕੁਝ ਬਲੌਗ ਵੈਬਸਾਈਟਸ ਤੋਂ ਮਿਲੀਆਂ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਿਚਰਡ ਨਾਮ ਦੇ ਬੰਦੇ ਦੀ, ਜਿਸ ਨੂੰ ਡਾਰਕ ਵੈਬ ਬਾਰੇ ਪਤਾ ਲੱਗਿਆ ਤਾਂ ਉਹ ਟੌਰ ਬ੍ਰਾਊਜ਼ਰ ਤੇ ਇਸ ਨੂੰ ਐਕਸਪਲੋਰ ਕਰਨ ਲੱਗਿਆ। ਇਸੇ ਤਰ੍ਹਾਂ ਉਹ ਇੱਕ ਸਾਈਟ ਤੇ ਪਹੁੰਚਿਆ ਜਿੱਥੇ ਇੱਕ ਵੀਡੀਓ ਸ਼ੁਰੂ ਹੋਣ ਵਾਲੀ ਸੀ। ਜਦੋਂ ਉਹ ਵੀਡੀਓ ਸ਼ੁਰੂ ਹੋਈ ਤਾਂ ਉਸ ਨੂੰ ਬੰਦਾ ਦਿਖਿਆ ਜੋ ਕੁਰਸੀ ਤੇ ਬੰਨਿਆ ਹੋਇਆ ਸੀ ਤੇ ਦੂਜੇ ਪਾਸੇ ਉਸ ਦੇ ਚੈਟ ਚੱਲ ਰਹੀ ਸੀ, ਜਿਸ ਵਿੱਚ ਲੋਕ ਇੱਕ ਦੂਜੇ ਨਾਲ ਡਿਸਕਸ਼ਨਸ ਕਰ ਰਹੇ ਸੀ। 5-6 ਮਿੰਟਾਂ ਬਾਅਦ ਬਲੈਕ ਮਾਸਕ ਵਾਲਾ ਬੰਦਾ ਵੀਡੀਓ ਵਿੱਚ ਆਇਆ। ਉਸ ਨੇ ਹਥੌੜੇ ਨਾਲ ਉਸ ਬੰਨੇ ਹੋਏ ਬੰਦੇ ਨੂੰ ਮਾਰਨਾ ਸ਼ੁਰੂ ਕੀਤਾ ਤੇ ਉਸ ਦਾ ਸਾਰਾ ਮੂੰਹ ਭੰਨ ਦਿੱਤਾ ਤੇ ਇਹ ਸਾਰਾ ਕੁਝ ਲਾਈਵ ਚੱਲ ਰਿਹਾ ਸੀ। ਉਸ ਬੰਦੇ ਨੂੰ ਮਾਰ ਦਿੱਤਾ ਗਿਆ। ਇਸ ਤੋਂ ਬਾਅਦ ਰਿਚਰਡ ਵਾਲੇ ਕੰਪਿਊਟਰ ਉੱਤੇ 10 ਕੈਮਰੇ ਡਿਵੀਜ਼ਨ ਆਨ ਹੋਏ, ਜਿਨ੍ਹਾਂ ਵਿੱਚ ਇੱਕ ਰਿਚਰਡ ਦਾ ਵੈਬ ਕੈਮ ਵੀ ਆਨ ਹੋਇਆ, ਕਿਉਂਕਿ ਰਿਚਰਡ ਦੀ ਇਨਫੋਰਮੇਸ਼ਨ ਹੈਕਰਸ ਨੇ ਐਕਸੈਸ ਕਰ ਲਈ ਸੀ ਤੇ ਹੁਣ ਉਸ ਦਾ ਵੈਬ ਕੈਮ ਹੈਕ ਕਰਕੇ ਡਾਰਕ ਵੈਬ ਤੇ ਲਾਈਵ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸਕਰੀਨ ਉੱਤੇ ਪੁੱਛਿਆ ਗਿਆ ਹੂ ਇਜ਼ ਨੈਕਸਟ ਤੇ ਰਿਚਰਡ ਇਹ ਸੁਣ ਕੇ ਘਬਰਾ ਗਿਆ। ਉਹਨਾਂ ਨੇ 10 ਕੈਮਰਿਆਂ ਵਿੱਚੋਂ 9 ਕੈਮਰੇ ਬੰਦ ਕਰ ਦਿੱਤੇ, ਪਰ ਕੁਦਰਤੀ ਤੌਰ ਤੇ 10ਵਾਂ ਕੈਮਰਾ ਰਿਚਰਡ ਦਾ ਨਹੀਂ ਸੀ। ਮਤਲਬ ਜਿਸ ਦਾ ਕੈਮਰਾ ਚਾਲੂ ਰਹਿ ਗਿਆ ਸੀ ਉਸ ਬੰਦੇ ਦਾ ਨੰਬਰ ਅਗਲੇ ਲੈਬ ਲਈ ਲੱਗ ਗਿਆ ਸੀ। ਮਤਲਬ ਰਿਚਰਡ ਬਚ ਗਿਆ ਸੀ, ਪਰ ਇਹ ਘਟਨਾ ਤੋਂ ਛੇਤੀ ਨਹੀਂ ਨਿਕਲ ਸਕਿਆ। ਰਿਚਰਡ ਨੇ ਕਿਹਾ ਮੈਨੂੰ ਨਹੀਂ ਪਤਾ ਕਿ ਉਹ ਬੰਦੇ ਕੌਣ ਸੀ, ਪਰ ਮੈਂ ਬਚ ਜਾਣ ਤੋਂ ਬਾਅਦ ਫੇਰ ਕਦੇ ਵੀ ਡਾਰਕ ਵੈਬ ਤੇ ਨਹੀਂ ਗਿਆ। ਤੇ ਅੱਗੇ ਗੱਲ ਕਰਦੇ ਹਾਂ ਨੌਕਸਵਿਲ। ਸੋ ਇਹ ਸਟੋਰੀ ਆ ਲੀ ਨਾਮ ਦੇ ਬੰਦੇ ਦੀ, ਜਿਹੜਾ ਸਾਰਾ ਦਿਨ ਆਫਿਸ ਵਿੱਚ ਕੰਮ ਕਰਦਾ ਸੀ ਤੇ ਰਾਤ ਨੂੰ ਆ ਕੇ ਡਾਰਕ ਵੈਬ ਤੇ ਖੋਜਦਾ ਸੀ। ਉਸ ਦਾ ਕਹਿਣਾ ਸੀ ਕਿ ਮੈਂ ਸਾਰਾ ਦਿਨ ਆਫਿਸ ਵਿੱਚ ਰਹਿਣਾ ਹੈ ਤੇ ਸ਼ਾਮ ਨੂੰ ਆ ਕੇ ਸੌਂ ਜਾਂਦਾ ਹੈ, ਮੈਨੂੰ ਆਪਣੇ ਲਈ ਟਾਈਮ ਨਹੀਂ ਮਿਲਦਾ। ਸੋ ਇਸ ਕਰਕੇ ਉਸ ਨੂੰ ਇੱਕ ਡਰੱਗ ਮਿਲਿਆ, ਜਿਸ ਤੋਂ ਬਾਅਦ ਉਸ ਦੀ ਨੀਂਦ ਉੜ ਗਈ ਤੇ ਇਸ ਕਰਕੇ ਉਸਨੇ ਡਾਰਕ ਵੈਬ ਤੋਂ ਇੱਕ ਨੌਕਸ ਨਾਮ ਦਾ ਡਰੱਗ ਲੱਭਿਆ, ਉਸ ਨੂੰ ਆਰਡਰ ਕਰ ਦਿੱਤਾ ਤੇ ਇਹ ਇੱਕ ਛੋਟੀ ਜਿਹੀ ਗੋਲੀ ਸੀ। ਲੀ ਨੇ ਇਹ ਨੌਕਸ ਪਿਲ ਖਾ ਲਈ ਤੇ ਇਹ ਖਾਣ ਤੋਂ ਬਾਅਦ ਕੋਈ ਖਾਸ ਨਸ਼ਾ ਨਹੀਂ ਹੋਇਆ, ਪਰ ਕੁਝ ਸਮਾਂ ਲੰਘਣ ਤੋਂ ਬਾਅਦ ਉਸਨੇ ਦੇਖਿਆ ਕਿ ਉਸਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਥਕਾਨ ਮਹਿਸੂਸ ਨਹੀਂ ਹੋ ਰਹੀ ਸੀ ਤੇ ਉਸ ਨੂੰ ਨੀਂਦ ਆਉਣੀ ਬੰਦ ਹੋ ਗਈ। ਪਰ ਨੀਂਦ ਨਾ ਆਉਣ ਤੇ ਉਹ ਥੱਕਦਾ ਨਹੀਂ ਸੀ, એનર્ਜੀ ਉਸ ਵਿੱਚ ਪੂਰੀ ਰਹਿੰਦੀ ਸੀ ਤੇ ਇਹ ਚੀਜ਼ ਦੇਖ ਕੇ ਲੀ ਵੀ ਹੈਰਾਨ ਹੋਣ ਲੱਗਿਆ। ਪਰ ਹੁਣ ਉਸ ਕੋਲ ਪੂਰਾ ਸਮਾਂ ਬਚਣ ਲੱਗ ਗਿਆ ਜੋ ਉਹ ਸੌਂਦਾ ਸੀ। ਸੋ ਇਸ ਤਰ੍ਹਾਂ ਉਸ ਨਾਲ ਬਹੁਤ ਸਮਾਂ ਚੱਲਦਾ ਰਿਹਾ ਤੇ ਉਸ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਸਾਈਡ ਇਫੈਕਟ ਵੀ ਨਹੀਂ ਦਿਖਿਆ। ਪਰ ਫਿਰ 1-1.5 ਸਾਲ ਬਾਅਦ ਉਸ ਨੂੰ ਸਰੀਰ ਉੱਤੇ ਧੱਬੇ ਦਿਖਣ ਲੱਗੇ, ਜੋ ਪਹਿਲਾਂ ਚਿੱਟੇ, ਫਿਰ ਨੀਲੇ ਤੇ ਫਿਰ ਲਾਲ ਹੋ ਗਏ ਤੇ ਆਖਰ ਵਿੱਚ ਬਲੈਕ ਹੋ ਕੇ ਮਾਸ ਫਟਣ ਲੱਗ ਪਿਆ। ਲੀ ਦੀ ਪੂਰੀ ਫਟਣ ਲੱਗੀ। ਇਹ ਦੇਖ ਕੇ ਉਹ ਡਾਕਟਰ ਕੋਲ ਗਿਆ ਤੇ ਡਾਕਟਰ ਵੀ ਹੈਰਾਨ ਹੋ ਗਏ, ਕਿਉਂਕਿ ਨਾ ਤਾਂ ਡਾਕਟਰਾਂ ਨੇ ਕੋਈ ਨੌਕਸ ਨਾਮ ਦੀ ਦਵਾਈ ਸੁਣੀ ਸੀ ਤੇ ਨਾ ਹੀ ਕੋਈ ਅਜਿਹਾ ਕੇਸ ਦੇਖਿਆ ਸੀ। ਲੀ ਨੇ ਇਹ ਸਟੋਰੀ ਹਸਪਤਾਲ ਦੇ ਬੈੱਡ ਤੋਂ ਹੀ ਲਿਖੀ ਤੇ ਉਸਨੇ ਕਿਹਾ ਉਸਨੂੰ ਪਤਾ ਨਹੀਂ ਕਿ ਉਹ ਕਦੋਂ ਮਰ ਜਾਵੇਗਾ ਤੇ ਨਾਲ ਹੀ ਕਿਹਾ ਕਿ ਕਿਸੇ ਤਰ੍ਹਾਂ ਦੀ ਥਕਾਨ ਮੈਨੂੰ ਹੁਣ ਨਹੀਂ ਹੋ ਰਹੀ ਤੇ ਮੇਰਾ ਦਿਮਾਗ ਵੀ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ ਤੇ ਮੈਨੂੰ ਇੰਜ ਲੱਗਦਾ ਹੈ ਕਿ ਮੇਰਾ ਦਿਮਾਗ ਮਰਨ ਤੋਂ ਬਾਅਦ ਵੀ ਇਸੇ ਤਰ੍ਹਾਂ ਜਾਗਿਆ ਰਹੇਗਾ। ਸੋ ਹੁਣ ਤੁਸੀਂ ਸੋਚ ਸਕਦੇ ਹੋ ਕਿ ਕਿੰਨੀ એનર્ਜੀ ਹੋਵੇਗੀ ਉਸ ਦੇ ਅੰਦਰ। ਇਹ ਸੀ ਲੀ ਦੀ ਕਹਾਣੀ। ਇਸ ਤਰ੍ਹਾਂ ਦੀਆਂ ਹੋਰ ਵੀ ਕਈ ਕਹਾਣੀਆਂ ਨੇ, ਪਰ ਇਸ ਦੇ ਥੋੜੇ ਜ਼ਿਆਦਾ ਪੋਸਟ ਸੀ। ਸੋ ਹੁਣ ਤੁਹਾਨੂੰ ਦੱਸ ਦਈਏ ਕਿ ਡਾਰਕ ਵੈਬ ਬਣਾਈ ਕਿਸਨੇ ਸੀ। ਸੋ ਇਸ ਨੂੰ ਬਣਾਇਆ US ਗਵਰਨਮੈਂਟ ਤੇ US ਨੇਵੀ ਨੇ ਆਪਣੀ ਪ੍ਰਾਈਵੇਸੀ ਲਈ, ਪਰ ਉਸ ਤੋਂ ਬਾਅਦ ਉਹਨਾਂ ਨੇ ਇਸ ਨੂੰ ਸਭ ਲਈ ਪਬਲਿਕ ਕਰ ਦਿੱਤਾ ਕਿ ਹਰ ਇੱਕ ਨੂੰ ਆਪਣੀ ਪ੍ਰਾਈਵੇਸੀ ਰੱਖਣ ਦਾ ਹੱਕ ਹੈ।
ਪਰ ਹੋ ਸਕਦਾ ਹੈ ਇਸ ਦੇ ਪਿੱਛੇ ਉਹਨਾਂ ਦੇ ਕੁਝ ਮਾਸਟਰਮਾਈਂਡ ਪਲਾਨ ਹੋਣ। ਡਾਰਕ ਵੈਬ ਨੂੰ 1990 ਵਿੱਚ ਯੂਐਸ ਨੇਵੀ ਨੇ ਆਪਣੀ ਸਰਕਾਰ ਤੇ ਆਪਣੇ ਗੁਪਤ ਕਾਗਜ਼ ਜਾਂ ਹੋਰ ਗੁਪਤ ਗੱਲਾਂ ਲਈ ਬਣਾਇਆ ਸੀ ਤਾਂ ਕਿ ਕੋਈ ਇਹਨਾਂ ਨੂੰ ਹੈਕ ਕਰਕੇ ਦੇਖ ਨਾ ਸਕੇ ਤੇ ਉਹਨਾਂ ਨੇ ਇਹ ਬ੍ਰਾਊਜ਼ਰ ਵੀ ਬਣਾਇਆ। ਡਾਰਕ ਵੈਬ ਉੱਤੇ ਡਾਟਾ ਬਹੁਤ ਸਾਰੇ VPN ਤੇ ਨੈਟਵਰਕਸ ਤੋਂ ਹੋ ਕੇ ਪਹੁੰਚਦਾ ਹੈ, ਜਿਸ ਕਰਕੇ ਇਸ ਨੂੰ ਹਰ ਕੋਈ ਨਹੀਂ ਚਲਾ ਸਕਦਾ ਤੇ ਯੂਐਸ ਨੇ ਇਸ ਨੂੰ ਇਨਲੀਗਲ ਕੰਮਾਂ ਲਈ ਨਹੀਂ ਬਣਾਇਆ ਸੀ। ਪਰ ਇਹਨਾਂ ਨੇ 2004 ਵਿੱਚ ਟੌਰ ਬ੍ਰਾਊਜ਼ਰ ਨੂੰ ਪਬਲਿਕ ਕਰ ਦਿੱਤਾ ਤੇ ਕਿਹਾ ਕਿ ਹਰ ਕਿਸੇ ਨੂੰ ਆਪਣੀ ਪ੍ਰਾਈਵੇਸੀ ਸੇਫ ਰੱਖਣ ਦਾ ਹੱਕ ਹੈ। ਪਰ ਇਹ ਪਬਲਿਕ ਹੁੰਦੇ ਹੀ ਸਾਰੇ ਗਲਤ ਕੰਮਾਂ ਦਾ ਅੱਡਾ ਬਣ ਗਿਆ ਤੇ ਗਲਤ ਕੰਮਾਂ ਵਾਲਿਆਂ ਨੇ ਇਸ ਨੂੰ ਖੋਜ ਲਿਆ ਤੇ ਦੱਸਿਆ ਜਾਂਦਾ ਕਿ ਯੂਐਸ ਦੀ ਇੱਕ ਸਪੈਸ਼ਲ ਟੀਮ ਡਾਰਕ ਵੈਬ ਤੇ ਨਜ਼ਰ ਰੱਖਦੀ ਹੈ ਤਾਂ ਕਿ ਉੱਥੇ ਕੀ ਚੱਲ ਰਿਹਾ ਹੈ ਉਸ ਤੇ ਧਿਆਨ ਦਿੱਤਾ ਜਾ ਸਕੇ। ਸੋ ਹੋ ਸਕਦਾ ਉਹਨਾਂ ਨੇ ਕ੍ਰਿਮੀਨਲ ਇਕੱਠੇ ਕਰਨ ਲਈ ਹੀ ਇਸ ਨੂੰ ਪਬਲਿਕ ਕੀਤਾ ਹੋਵੇ। ਸੋ ਡਾਰਕ ਵੈਬ ਦਾ ਅਸਲ ਮੀਨਿੰਗ ਕੋਈ ਗਲਤ ਨਹੀਂ ਸੀ, ਉਸ ਦਾ ਅਸਲ ਮੀਨਿੰਗ ਹੈ ਪ੍ਰਾਈਵੇਸੀ। ਬੇਸ਼ੱਕ ਤੁਸੀਂ ਆਪਣੇ ਚੰਗੇ ਕੰਮਾਂ ਲਈ ਵੀ ਉਸ ਨੂੰ ਵਰਤ ਸਕਦੇ ਹੋ। ਬੇਸ਼ੱਕ ਇਹ ਇਨਲੀਗਲ ਨਹੀਂ ਹੈ ਪਰ ਇਹ ਸੇਫ ਵੀ ਨਹੀਂ ਹੈ। ਵੈਸੇ ਇਸ ਨੂੰ ਜੇ ਚੰਗੇ ਕੰਮਾਂ ਲਈ ਵਰਤਿਆ ਜਾਵੇ ਤਾਂ ਇਸ ਵਰਗੀ ਪ੍ਰਾਈਵੇਸੀ ਕੋਈ ਨਹੀਂ ਦੇ ਸਕਦਾ। ਸੋ ਇਹ ਥੋੜੀਆਂ ਜ਼ਿਆਦਾ ਟੈਕਨੀਕਲ ਗੱਲਾਂ ਹੋ ਗਈਆਂ। ਆਪਣਾ ਮੇਨ ਮਕਸਦ ਸੀ ਡਾਰਕ ਵੈਬ ਤੇ ਟੌਰ ਬ੍ਰਾਊਜ਼ਰ ਬਾਰੇ ਜਾਣਨਾ ਤੇ ਇਹਨਾਂ ਤੋਂ ਥੋੜਾ ਦੂਰੀ ਬਣਾ ਕੇ ਰੱਖਣਾ, ਕਿਉਂਕਿ ਤੁਹਾਨੂੰ ਪਤਾ ਲੱਗ ਚੁੱਕਿਆ ਹੈ ਕਿ ਇਸ ਤੇ ਜਾਣ ਨਾਲ ਕੀ ਹੁੰਦਾ ਹੈ। ਸੋ ਆਈ&ਡੀ ਮਨੀ ਇੱਕ ਸੇਫ ਐਪ ਹੈ, ਇਸ ਨੂੰ 6.5 ਮਿਲੀਅਨ ਤੋਂ ਜ਼ਿਆਦਾ ਇੰਡੀਅਨ ਯੂਜ਼ ਕਰ ਰਹੇ ਨੇ। ਸੋ ਡਿਸਕ੍ਰਿਪਸ਼ਨ ਦਿੱਤੇ ਗਏ ਲਿੰਕ ਰਾਹੀਂ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਫਸਟ ਟਾਈਮ ਫੰਡ ਐਡ ਕਰਨ ਤੇ ਆਪਣੇ 1000 ਰੁਪਏ ਦੇ ਗੂਗਲ ਦੇ ਸ਼ੇਅਰ ਕਲੇਮ ਕਰਨੇ ਨਾ ਭੁੱਲਿਓ। ਸੋ ਲਾਸਟ ਵਿੱਚ ਗੱਲ ਕਰਦੇ ਹਾਂ ਕਿਸੇ ਨੂੰ ਹਰਾਉਣ ਦੀ ਥਾਂ ਆਪ ਜਿੱਤਣ ਵਿੱਚ ਦਿਲਚਸਪੀ ਲਓ। ਜੇਕਰ ਤੁਸੀਂ ਜਿੱਤਦੇ ਹੋ ਤਾਂ ਸਾਹਮਣੇ ਵਾਲਾ ਆਪਣੇ ਆਪ ਹੀ ਹਾਰਿਆ ਮਹਿਸੂਸ ਕਰੇਗਾ। ਸੋ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਇੱਕ ਸ਼ੇਅਰ ਜ਼ਰੂਰ ਕਰ ਦਿਓ, ਤੁਹਾਡੇ ਇੱਕ ਸ਼ੇਅਰ ਨਾਲ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ। ਸੋ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ ਉੱਤੇ ਫੋਲੋ ਕਰ ਸਕਦੇ ਹੋ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।